मत मित कही न जाए, से जन धन जिन एक नाम लिव लाए। नावै की कीमत मित कही न जाए, से जन धन जिन एक नाम लिव लाए। गुरमत साची साचा विचार, आपे बगशे दे विचार। हर नाम अचरज प्रभ आप सुनाए, कली काल विच गुरमुख पाए। रहाओ हम मूर्ख मूर्ख मन माहे, हऊँ मैं विच सब कार कमाहे। गुर प्रसादी हऊँ मैं जाए, आपे बगशे लय मिलाए। बिखिया का धन बहुत अभिमान, अहंकार डूबे ना पावे मान। आप छोड़ सदा सुख होई, गुरमत सालाही सच सोई। आपे साजे करता सोए, तिस बिन दूजा अवर न कोए। जिस सच लाए सोई लागै, नानक नाम सदा सुख आगै। जिस सच लाए सोई लागै, नानक नाम सदा सुख आगै। वाहिगुरु जी का खालसा, वाहिगुरु जी की फतेह। सतगुरु पातशाह दी साजी निवाजी साध संगत जी, आप जी धनता दे योग हो। साहिबां दी पावन पवित्र गोद विच सज करके अपनियां हाजरियां लवाउंदे होए सतगुरां दे अंमृत वेले बख्शिश कीते इलाही फरमान जो गुरुदेव पातशाह ने ਅੰਮ੍ਰਿਤ ਵੇਲੇ ਸ੍ਰੀ ਦਰਬਾਰ ਸਾਹਿਬ ਵਿੱਚੋਂ ਸਾਨੂੰ ਬਖਸ਼ਿਸ਼ ਕੀਤੇ ਨੇ, ਉਹਨਾਂ ਦੀ ਵਿਚਾਰ ਕਹਿਣ ਸੁਣਨ ਦੇ ਲਈ ਗੁਰੂ ਹਜ਼ੂਰ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਲਵਾ ਰਹੇ ਹੋ। ਉੱਥੇ ਅੱਜ ਸਤਿਗੁਰੂ ਪਾਤਸ਼ਾਹ ਜੀ ਮੀਰੀ ਪੀਰੀ ਦੇ ਮਾਲਿਕ, ਤਖਤਾਂ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਉਹਨਾਂ ਦਾ ਗੁਰਤਾ ਗੱਦੀ ਪੁਰਬ ਹੈ ਜੋ ਸੰਗਤਾਂ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਨਾ ਰਹੀਆਂ ਨੇ। ਵਿਸ਼ੇਸ਼ ਕਰਕੇ ਦੀਵਾਨ ਸੱਜਣੇ ਹਨ। ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ ਨੇ ਔਰ ਸ੍ਰੀ ਦਰਬਾਰ ਸਾਹਿਬ ਵਿਖੇ ਜਲੌ ਸਜਾਏ ਜਾਣੇ ਨੇ। ਰਾਤ ਦੇ ਸਮੇਂ ਦੀਪਮਾਲਾ ਆਤਿਸ਼ਬਾਜ਼ੀ ਚਲਾਈ ਜਾਣੀ ਹੈ। ਅੱਜ ਦੇ ਇਸ ਮਹਾਨ ਪਵਿੱਤਰ ਦਿਹਾੜੇ ਤੇ ਮੇਰੇ ਗੁਰਦੇਵ ਪਾਤਸ਼ਾਹ ਨੇ ਜੋ ਸਾਨੂੰ ਬਖਸ਼ਿਸ਼ ਕੀਤੀ, ਕਲਯੁਗੀ ਜੀਵਾਂ ਨੂੰ
ਜੀਵਨ ਦੀ ਸਫਲਤਾਈ ਦੇ ਵਾਸਤੇ, ਜੀਵਨ ਦੇ ਮਕਸਦ ਨੂੰ ਸਮਝਾਉਣ ਦੇ ਵਾਸਤੇ ਤੀਸਰੇ ਸਰੂਪ ਨਾਨਕ ਨਿਰੰਕਾਰੀ ਜੋਤ ਨੇ ਇਹ ਅੰਮ੍ਰਿਤ ਬਚਨ ਸਾਨੂੰ ਬਖਸ਼ਿਸ਼ ਕੀਤੇ ਹਨ। ਆਓ ਪਿਆਰ ਸਤਿਕਾਰ ਸ਼ਰਧਾ ਭਾਵਨਾ ਸਹਿਤ ਗੁਰਦੇਵ ਦੇ ਬਖਸ਼ਿਸ਼ ਕੀਤੇ ਅੰਮ੍ਰਿਤ ਬਚਨਾਂ ਦੀ ਵਿਚਾਰ ਕਹਿਣ ਸੁਣਨ ਲਈ ਰਸਨਾ ਪਵਿੱਤਰ ਕਰਨ ਵਾਸਤੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਤੀਜਾ। ਨਾਵੈ ਕੀ ਕੀਮਤ ਨਿਤ ਕਹੀ ਨਾ ਜਾਏ। ਤੀਸਰੇ ਸਰੂਪ ਨਾਨਕ ਨਿਰੰਕਾਰੀ ਜੀ ਤਨਾਸਰੀ ਰਾਗ ਦੇ ਵਿੱਚ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ। ਇਹ ਗੁਰਦੇਵ ਪਾਤਸ਼ਾਹ ਜੀ ਦੇ ਨਾਮ ਸੰਬੰਧੀ ਜੋ ਅੰਮ੍ਰਿਤ ਬਚਨ ਉਚਾਰਨ ਕੀਤੇ ਹਨ। ਪਹਿਲੇ ਗੁਰਦੇਵ ਪਾਤਸ਼ਾਹ ਨੇ ਕਾਚੇ ਧਨ ਦੀ ਗੱਲ ਕੀਤੀ ਹੈ। ਫਿਰ ਸਾਚੇ ਧਨ ਦੇ ਬਚਨ ਸਾਨੂੰ ਸਤਿਗੁਰਾਂ ਨੇ ਸਮਝਾਉਣੇ ਕੀਤੇ ਨੇ। ਉਹਨਾਂ ਸ਼ਬਦਾਂ ਤੋਂ ਬਾਅਦ ਇਹ 8ਵਾਂ ਸ਼ਬਦ ਪਰਮਾਤਮਾ ਦੇ ਨਾਮ ਦਾ ਉਚਾਰਨ ਕਰਕੇ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਵਾਸਤਵ ਦੇ ਵਿੱਚ ਪਰਮਾਤਮਾ ਦਾ ਕੋਈ ਨਾਮ ਨਹੀਂ ਹੈ, ਕਿਉਂਕਿ ਅਨਾਮ ਹੈ, ਅਕਾਮ ਹੈ, ਅਠਾਮ ਹੈ। ਅਨੇਕਾਂ ਐਸੇ ਬਚਨ ਕਿ ਉਹ ਨਾਮ ਤੋਂ ਰਹਿਤ ਹੈ, ਕਾਮਨਾ ਤੋਂ ਰਹਿਤ ਹੈ, ਉਹ ਕਿਸੇ ਥਾਂ ਤੋਂ ਵੀ ਰਹਿਤ ਹੈ। ਔਰ ਵਿਦਵਾਨਾਂ ਨੇ ਵਾਸਤਵ ਦੇ ਵਿੱਚ ਉਸ ਅਨਾਮ ਪਰਮਾਤਮਾ ਦੇ ਨਾਮ ਨੂੰ ਉਚਾਰਨ ਕਰਨ ਦੇ ਵਾਸਤੇ ਅਸਤੀ ਭੰਤੀ ਪ੍ਰੇ ਦੇ ਅਨੁਸਾਰ ਉਸ ਨੂੰ ਸਤ ਚਿਤ ਆਨੰਦ ਸਰੂਪ ਉਚਾਰਨ ਕੀਤਾ ਹੈ, ਜੋ ਸਾਨੂੰ ਅਨੇਕਾਂ ਨਾਵਾਂ ਦੇ ਨਾਲ ਗੁਰਦੇਵ ਪਾਤਸ਼ਾਹ ਨੇ ਸਮਝਾਉਣ ਦੇ ਵਾਸਤੇ ਵਸਤੂ ਗਿਆਨ ਕਰਵਾਇਆ ਹੈ। ਔਰ ਉਸ ਵਸਤੂ ਗਿਆਨ ਦਾ ਸਤਿਗੁਰੂ ਪਾਤਸ਼ਾਹ ਨੇ ਜੋ ਉਚਾਰਨ ਹੈ, ਇਹ ਗੁਰਦੇਵ ਨੇ ਅੰਮ੍ਰਿਤਮਈ ਬਾਣੀ ਮੂਲ ਮੰਤਰ ਦੇ ਵਿੱਚ ਉਚਾਰਨ ਕੀਤਾ, ਜੋ ਆਪ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 33 ਵਾਰ ਸਰਵਣ ਕਰਦੇ ਹੋ। ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਇਹ ਸਾਰੇ ਉਸ ਪਰਮਾਤਮਾ ਦੇ ਨਾਮ, ਪਰਮਾਤਮਾ ਦੇ ਨਾਮ ਦੀਆਂ ਸ਼ਕਤੀਆਂ ਨੂੰ ਉਚਾਰਨ ਕੀਤਾ ਹੈ। ਅਗਰ ਕੋਈ ਵਿਅਕਤੀ ਇਹ ਬਚਨ ਕਹਿ ਦੇਵੇ ਕਿ ਮੈਂ ਉਸ ਦੇ ਨਾਮ ਨੂੰ ਖਰੀਦ ਲਵਾਂਗਾ, ਦੁਨੀਆ ਤੇ ਹਰ ਇੱਕ ਵਸਤੂ ਖਰੀਦੀ ਜਾ ਸਕਦੀ ਹੈ, ਧਨ ਦੌਲਤ ਖਰੀਦੇ ਜਾ ਸਕਦੇ ਨੇ। ਅਸੀਂ ਧਨ ਦੇ ਜ਼ਰੀਏ ਤੰਦਰੁਸਤੀ ਵੀ ਖਰੀਦਣ ਦਾ ਯਤਨ ਕਰਦੇ ਹਾਂ। ਅਸੀਂ ਧਨ ਦੇ ਜ਼ਰੀਏ ਕੁਝ ਸਵਾਸ ਵੀ ਖਰੀਦਣ ਦਾ ਯਤਨ ਕਰਦੇ ਹਾਂ। ICU ਵਿੱਚ ਮਰੀਜ਼ ਨੂੰ ਦਾਖਲ ਕਰਵਾ ਕੇ ਕੁਝ ਨਕਲੀ ਸਵਾਸ ਲੈ ਜਾਂਦੇ ਨੇ। ਵਾਸਤਵ ਦੇ ਵਿੱਚ ਜੋ ਮਾਲਕ ਨੇ ਸਵਾਸ ਬਖਸ਼ਿਸ਼ ਕੀਤੇ ਨੇ, ਉਹ ਵੀ ਬੇਕੀਮਤੀ ਹਨ। ਪਰਮਾਤਮਾ ਦਾ ਨਾਮ ਵੀ ਬੇਕੀਮਤੀ ਹੈ। ਜੋ ਗੁਰਦੇਵ ਪਾਤਸ਼ਾਹ ਦੇ ਅੰਮ੍ਰਿਤ ਬਚਨ ਨੇ, ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਇਹ ਮਾਲਕ ਦਾ ਨਾਮ ਅਮੋਲ ਹੈ, ਅਮੁੱਲਕ ਹੈ। ਇਹਦੀ ਕੋਈ ਕੀਮਤ ਨਹੀਂ ਜਾਣ ਸਕਦਾ ਹੈ। ਇਹ ਕਿਸੇ ਕੀਮਤ ਦੇ ਉੱਤੇ ਖਰੀਦਿਆ ਨਹੀਂ ਜਾ ਸਕਦਾ। ਅਗਰ ਨਾਮ ਨੂੰ ਖਰੀਦਿਆ ਜਾ ਸਕਦਾ ਹੁੰਦਾ, ਨਾਮ ਕੋਈ ਵਿਕਣ ਵਾਲੀ ਵਸਤੂ, ਖਰੀਦਣ ਵਾਲੀ ਵਸਤੂ ਹੋਇਆ ਕਰਦੀ, तो जितने भी शाहूकार अमीर लोग ने
ਇਹ ਨਾਮ ਦੇ ਨਾਲ ਆਪਣੇ ਖਜ਼ਾਨੇ ਭਰ ਲੈਂਦੇ, ਆਪਣੀਆਂ ਤਜੌਰੀਆਂ ਖਰਚ ਕਰਕੇ ਨਾਮ ਦੇ ਮਾਲਕ ਬਣ ਜਾਂਦੇ। ਨਾਮ ਇਹਨਾਂ ਦੇ ਪਾਸ ਰਹਿੰਦਾ, ਕੰਗਾਲ ਤੇ ਖਾਲੀ ਦੇ ਖਾਲੀ ਰਹਿ ਜਾਂਦੇ। ਪਰ ਸਾਹਿਬ ਕਹਿੰਦੇ ਨਹੀਂ, ਇਹ ਕਿਸੇ ਦੀ ਮਲਕੀਅਤ ਨਹੀਂ, ਇਹ ਖਰੀਦੀ ਜਾਣ ਵਾਲੀ ਵਸਤੂ ਨਹੀਂ, ਇਹ ਕਮਾਉਣ ਵਾਲੀ ਵਸਤੂ ਹੈ। ਪਿਤਾ ਦਾ ਕਮਾਇਆ ਧਨ ਪੁੱਤਰ ਪ੍ਰਾਪਤ ਕਰ ਸਕਦਾ ਹੈ, ਪਤੀ ਦਾ ਕਮਾਇਆ ਧਨ ਇਸਤਰੀ ਖਰਚ ਕਰ ਸਕਦੀ ਹੈ, ਪਰ ਇਹ ਜੋ ਨਾਮ ਰੂਪੀ ਧਨ ਹੈ ਨਾ, ਇਹ ਸਵੈਮ ਕਮਾਉਣਾ ਪੈਂਦਾ। ਜੋ ਕਮਾਈ ਕਰੇਗਾ ਉਸੇ ਨੂੰ ਇਸ ਦੀ ਪ੍ਰਾਪਤੀ ਹੋਵੇਗੀ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹਦੀ ਕੋਈ ਕੀਮਤ ਨਹੀਂ ਹੈ, ਕੀਮਤ ਪਾਈ ਹੋਈ ਨਹੀਂ ਜਾ ਸਕਦੀ ਹੈ। ਟੂਕ ਮਾਤਰ ਬੇਨਤੀ ਕਰਾਂ, ਜਿਵੇਂ ਆਪ ਸਤ ਸੰਗਤ ਦੇ ਵਿੱਚ ਜੁੜ ਬੈਠੇ ਹੋ ਨਾ, ਸੰਤ ਮਹਾਂਪੁਰਸ਼ਾਂ ਨੇ ਦੀਵਾਨ ਸਜਾਏ, ਔਰ ਜਿੱਥੇ ਦੀਵਾਨ ਸਜਦੇ ਸਨ ਸੰਗਤਾਂ ਦੇ ਘਰ ਵਿੱਚ ਸੰਗਤਾਂ ਲੰਗਰ ਪ੍ਰਸ਼ਾਦ ਛਕਦੀਆਂ। ਜਿਵੇਂ ਮਹਾਂਪੁਰਸ਼ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪ੍ਰਚਾਰ ਕਰਨ ਵਾਸਤੇ ਪਿੰਡ ਪਿੰਡ ਵਿੱਚ ਗੁਰਮਤਿ ਸਮਾਗਮ ਕਰਵਾ ਰਹੇ ਨੇ, ਔਰ ਜਿੱਥੇ ਸਮਾਗਮ ਹੁੰਦੇ ਨੇ ਸੰਗਤਾਂ ਲੰਗਰ ਵੀ ਕਰਦੀਆਂ ਨੇ। ਸੰਤ ਬਾਬਾ ਸਤਨਾਮ ਸਿੰਘ ਜੀ ਕਈ ਘਰਾਂ ਵਿੱਚ ਜਾ ਕੇ ਸਮਾਗਮ ਕਰਕੇ, ਤੇ ਜਿੱਥੇ ਸਮਾਗਮ ਉੱਥੇ ਕੁਝ ਨਾ ਕੁਝ ਛਕਣਾ ਵੀ ਹੁੰਦਾ ਹੈ। ਇੱਕ ਘਰ ਦੇ ਵਿੱਚ ਗੁਰਮੁਖ ਪਰਿਵਾਰ ਦੇ ਵਿੱਚ ਸਮਾਗਮ ਲੰਗਰ ਤਿਆਰ ਹੋਇਆ ਹੈ, ਤੇ ਪ੍ਰੇਮੀ ਕਹਿਣ ਲੱਗਿਆ ਮਹਾਂਪੁਰਸ਼ਾਂ ਨੂੰ ਕਿ ਮਹਾਰਾਜ ਜੀ ਤੁਸੀਂ ਅਰਦਾਸ ਕਰੋ, ਮੇਰੇ ਭਾਈ ਨੂੰ ਸਮਝਾਓ ਕਿ ਉਹ ਵੀ ਸੰਗਤ ਵਿੱਚ ਆਇਆ ਕਰੇ। ਤੇ ਜਿਸ ਦਿਨ ਉਹਨਾਂ ਦੇ ਘਰ ਸੰਗਤ ਹੈ, ਬੱਧੋ ਕਬੱਦੀ ਉਸ ਨੂੰ ਵੀ ਸੰਗਤ ਵਿੱਚ ਆਉਣਾ ਪਿਆ ਵੀ ਹੁਣ ਤੇ ਅੱਜ ਸਾਡੇ ਹੀ ਘਰ ਵਿੱਚ, ਹੁਣ ਕਿੱਥੇ ਜਾਵਾਂਗੇ। ਮੁੱਕਦੀ ਗੱਲ ਮਹਾਂਪੁਰਸ਼ਾਂ ਨੇ ਕਿਹਾ ਵੀ ਗੁਰਮੁਖੋ ਸੰਗਤ ਕਰਿਆ ਕਰੋ, ਸੰਗਤ ਦੇ ਵਿੱਚ ਆਇਆ ਕਰੋ, ਕਥਾ ਕੀਰਤਨ ਸਰਵਣ ਕਰਿਆ ਕਰੋ। ਕਿਉਂਕਿ ਭਾਈ ਨੰਦ ਲਾਲ ਜੀ ਨੂੰ ਕਿਸੇ ਨੇ ਪੁੱਛਿਆ, ਮਹਾਰਾਜ ਜੀ ਸਿੱਖ ਪਰਮਪੁਰੀ ਨੂੰ ਕਿਵੇਂ ਜਾ ਸਕਦਾ ਹੈ, ਪਰਮਾਤਮਾ ਦੇ ਘਰ ਦਾ ਕਿਵੇਂ ਉਹ ਵਾਸੀ ਬਣ ਸਕਦਾ ਹੈ। ਤੇ ਭਾਈ ਨੰਦ ਲਾਲ ਜੀ ਨੇ ਬੜੇ ਪਿਆਰੇ ਬਚਨ ਕਹੇ ਸਨ। ਭਾਈ ਸਾਹਿਬ ਜੀ ਕਹਿੰਦੇ, ਗੁਰ ਸਿੱਖ ਰਹਿਤ ਸੁਨੋ ਮੇਰੇ ਮੀਤ, ਉਠ ਪ੍ਰਭਾਤੇ ਨਿਤ ਕਰ ਚੀਤ, ਵਾਹਿਗੁਰੂ ਗੁਰ ਮੰਤਰ ਸੋ ਜਾਪ, ਕਰ ਇਸ਼ਨਾਨ ਪੜੇ ਜਪ ਜਾਪ, ਸੰਧਿਆ ਸਮੇਂ ਕੀਰਤਨ ਗਾਵੇ। ਕਹਿਣ ਲੱਗੇ ਕਿ ਸੰਗਤ ਕਰਨੀ ਇਹ ਗੁਰਸਿੱਖਾਂ ਦੀ ਰਹਿਤ ਹੈ। ਨੰਦ ਲਾਲ ਤੁਮ ਬਚ ਸੁਨੋ, ਸਿੱਖ ਕਰਮ ਹੈ ਇਹ, ਨਾਮ ਦਾਨ ਇਸ਼ਨਾਨ ਬਿਨ ਕਰੇ ਨ ਅਨਸਿਓ ਨੇ। ਮੇਰੇ ਸਾਹਿਬ ਕਲਗੀਧਰ ਪਿਤਾ ਜੀ ਕਹਿਣ ਲੱਗੇ, ਨੰਦ ਲਾਲ ਸਿੱਖ ਦੀ ਰਹਿਤ ਇਹ ਹੈ ਕਿ ਨਾਮ ਦਾਨ ਇਸ਼ਨਾਨ ਬਿਨ ਕਰੇ ਨ ਅਨਸਿਓ ਨੇ। ਸਭ ਤੋਂ ਪਹਿਲੋਂ ਨਾਮ ਜਪਣਾ, ਇਹਦਾ ਮਤਲਬ ਪਹਿਲੋਂ ਨਾਮ ਜਪਣਾ ਫਿਰ ਇਸ਼ਨਾਨ ਕਰਨਾ। ਇਸੇ ਲਈ ਸਤਿਗੁਰੂ ਜੀ ਕਹਿੰਦੇ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਮ, ਨੇਤਰੀ ਸਤਿਗੁਰ ਪੇਖਣਾ, ਸ਼੍ਰਵਣੀ ਸੁਣਨਾ ਗੁਰ ਨਾਮ। ਗੁਰੂ ਕੀ ਸੰਗਤ ਨੇ ਮਾਈ ਭਾਈ ਨੇ ਅੰਮ੍ਰਿਤ ਵੇਲੇ ਉੱਠਦਿਆਂ ਸਤਨਾਮ ਵਾਹਿਗੁਰੂ ਜਪਣਾ। ਵਾਹਿਗੁਰੂ ਕੇ ਮੰਤਰ ਬਿਨ ਮੰਤਰ ਜਪੇ ਜੋ ਹੋਰ, ਸੋ ਸਾਖਤ ਸਿੱਖ ਮੂਲ ਨੇ। ਇਹ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਕਿ ਵਾਹਿਗੁਰੂ ਮੰਤਰ ਜਪਣਾ ਗੁਰੂ ਕੇ ਸਿੱਖ ਨੇ। ਬਚਨ ਹੈ ਸ੍ਰੀ ਗੁਰ ਆਪ, ਸਤਿਗੁਰਾਂ ਦੇ ਆਪਣੇ ਮੁਖਾਰਵਿੰਦ ਵਿੱਚੋਂ ਨਿਕਲੇ ਬਚਨ ਨੇ ਕਿ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਉੱਠਦਿਆਂ ਸਾਰ ਵਾਹਿਗੁਰੂ ਮੰਤਰ ਦਾ ਜਾਪ ਕਰਨਾ। ਕੋਈ ਹਿੰਦੂ ਵੀਰ ਰਾਮ ਜਪ ਲੈ, ਮੁਸਲਮਾਨ ਭਰਾ ਅੱਲਾ ਜਪ ਲੈ, ਈਸਾਈ ਗੌਟ ਜਪ ਲੈ, ਪਰ ਗੁਰੂ ਕਿਉ ਸਿੱਖੋ ਆਪਾਂ ਵਾਹਿਗੁਰੂ ਜਪਣਾ। ਗੁਰੂ ਕੇ ਸਿੱਖ ਨੇ ਕੇਵਲ ਤੇ ਕੇਵਲ ਵਾਹਿਗੁਰੂ ਗੁਰਮੰਤਰ ਜਪਣਾ ਹੈ। ਕਹਿਣ ਲੱਗੇ ਗੁਰਸਿੱਖਾਂ ਦੀ ਇਹ ਰੀਤ ਹੈ,
ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਮੰਤਰ ਜਪਣਾ, ਫਿਰ ਇਸ਼ਨਾਨ ਕਰਨਾ, ਫਿਰ ਜਪ ਜਾਪ ਪੜ੍ਹਨਾ, ਸ਼ਾਮਾਂ ਨੂੰ ਸੰਧਿਆ ਸਮੇਂ ਰਹਿਰਾਸ ਪੜ੍ਹਨੀ ਤੇ ਕਥਾ ਕੀਰਤਨ ਕਰੇ ਨਿਰਜਾਸ। ਜਿਵੇਂ ਆਪ ਜੀ ਨਿਤਨੇਮ ਦੇ ਨਾਲ ਆਉਂਦੇ ਹੋ ਨਾ ਗੁਰੂ ਦੀ ਹਜ਼ੂਰੀ ਵਿੱਚ, ਇਹ ਗੁਰੂ ਕੇ ਸਿੱਖ ਨੂੰ ਹੁਕਮ ਹੈ ਕਿ ਨਿਤਾ ਪ੍ਰਤੀ ਮਰਿਆਦਾ ਦੇ ਅਨੁਸਾਰ ਰੋਜ਼ ਹੀ ਕਥਾ ਕੀਰਤਨ ਸਰਵਣ ਕਰਨ ਵਾਸਤੇ ਆਉਣਾ ਹੈ। ਤੇ ਜਿਹੜਾ ਐਸੇ ਗੁਰਸਿੱਖ ਕਰਮ ਕਰਦਾ ਹੈ ਨਾ, ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਮੇਰੀ ਪੁਰੀ ਵਿੱਚ ਆ ਜਾਂਦਾ ਹੈ। ਉਹਦੀ ਅਭੇਦਤਾ ਸਾਡੇ ਚਰਨਾਂ ਵਿੱਚ ਹੋ ਜਾਂਦੀ ਹੈ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਨੇ। ਇਸ ਕਰਕੇ ਪ੍ਰਮਾਤਮਾ ਦਾ ਨਾਮ ਬੇਕੀਮਤੀ ਹੈ, ਇਹ ਕਿਸੇ ਕੀਮਤ ਤੇ ਖਰੀਦਿਆ ਨਹੀਂ ਜਾ ਸਕਦਾ, ਨਾ ਇਹ ਵੇਚਿਆ ਜਾ ਸਕਦਾ ਹੈ, ਨਾ ਖਰੀਦਿਆ ਜਾ ਸਕਦਾ ਹੈ। ਇਹ ਵੱਖਰੀ ਬਾਤ ਹੈ ਕਿ ਅਸੀਂ ਕਿਸੇ ਨੂੰ ਕੋਈ ਲਾਲਚ ਦੇ ਕੇ ਕਹਿ ਦਈਏ ਤੇ ਮੈਂ ਤੈਨੂੰ ਇੰਨੇ 1000 ਰੁਪਏ ਦੇ ਦੇਣਾ, ਮੇਰੇ ਵਾਸਤੇ 40 ਦਿਨ ਮੰਤਰ ਦਾ ਜਾਪ ਕਰ। ਅਸੀਂ ਵੀ ਤੇ ਐਸਾ ਕਰਦੇ ਹੀ ਆ ਨਾ। ਭੇਟਾ ਜਮ੍ਹਾਂ ਕਰਵਾ ਦਿੱਤੀ, ਮੈਨੇਜਰ ਸਾਹਿਬ ਤੁਸੀਂ ਅਖੰਡ ਪਾਠ ਸਾਹਿਬ ਕਰਵਾ ਦਿਓ, ਜੋ ਹੁਕਮਨਾਮਾ ਆਏ ਸਾਡੇ ਘਰ ਵਿੱਚ ਭੇਜ ਦਿਓ, ਇਹ ਐਡਰੈਸ ਹੈ ਸਾਡਾ। ਐਡਰੈਸ ਤੇ ਹੁਕਮਨਾਮਾ ਤੇ ਪਹੁੰਚ ਜਾਏਗਾ, ਪਰ ਜਿਹੜੀ ਬਾਣੀ ਕੰਨਾਂ ਦੇ ਨਾਲ ਸਰਵਣ ਕਰਨੀ ਸੀ ਉਹ ਨਹੀਂ ਸਰਵਣ ਹੋ ਸਕੇਗੀ, ਉਹ ਨਹੀਂ ਪ੍ਰਾਪਤ ਹੋ ਸਕੇਗਾ। ਪ੍ਰਸ਼ਾਦਾ ਜਿਹੜਾ ਹੈ ਨਾ, ਉਹ ਛਕਿਆਂ ਭੁੱਖ ਮਿਟਦੀ ਹੈ, ਜਲ ਛਕਿਆਂ ਪਿਆਸ ਮਿਟਦੀ ਹੈ। ਜੇ ਅਸੀਂ ਕਹਿ ਦਈਏ ਪ੍ਰਸ਼ਾਦੇ ਦਾ ਨਾਮ ਲੈ ਲਿਆ, ਜਲ ਦਾ ਨਾਮ ਲੈ ਲਿਆ, ਔਰ ਛਕਣ ਦੀ ਕੀ ਲੋੜ ਹੈ? ਨਹੀਂ ਭਾਈ, ਛਕਾਂਗੇ ਤੇ ਭੁੱਖ ਮਿਟੇਗੀ, ਜਲ ਪੀਵਾਂਗੇ ਤੇ ਪਿਆਸ ਮਿਟੇਗੀ, ਨਾਮ ਜਪਾਂਗੇ ਤੇ ਪ੍ਰਭੂ ਦੀ ਬਖਸ਼ਿਸ਼ ਮਿਲੇਗੀ, ਸਿਮਰਨ ਕਰਾਂਗੇ ਤੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਹੋਣਗੀਆਂ। ਇਸ ਕਰਕੇ ਨਾਮ ਕਿਸੇ ਕੀਮਤ ਤੇ ਖਰੀਦਿਆ ਨਹੀਂ ਜਾ ਸਕਦਾ, ਨਾ ਇਸ ਨੂੰ ਕੋਈ ਵੇਚ ਸਕਦਾ ਹੈ, ਨਾ ਖਰੀਦ ਸਕਦਾ, ਕਿਉਂਕਿ ਇਹ ਦੁਨਿਆਵੀ ਵਸਤੂ ਨਹੀਂ ਹੈ, ਇਹ ਮੁੱਲ ਵਿਕਣ ਵਾਲੀ ਵਸਤੂ ਨਹੀਂ ਹੈ, ਇਹ ਸਵੈਮ ਕਮਾਈ ਕਰਨ ਵਾਲੀ ਵਸਤੂ ਹੈ। ਇਸ ਲਈ ਮੇਰੇ ਗੁਰਦੇਵ ਕਹਿੰਦੇ ਨਾਵੈ ਕੀ ਕੀਮਤ ਮਿਤ ਕਹੀ ਨਾ ਜਾਏ। ਨਾਮ ਦੀ ਕੀਮਤ ਜਿਹੜੀ ਹੈ ਨਾ, ਇਹ ਕਹੀ ਨਹੀਂ ਜਾ ਸਕਦੀ ਹੈ। ਨਾਮ ਦੀ ਕੀਮਤ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਹੈ, ਇਹਨੂੰ ਸਮਝਿਆ ਨਹੀਂ ਜਾ ਸਕਦਾ ਵੀ ਇੰਨੇ ਇੱਕ ਕੀਮਤ ਹੋਵੇਗੀ ਸਤਨਾਮ ਵਾਹਿਗੁਰੂ ਦੀ। ਇਹਦੀ ਕੀਮਤ ਤੇ ਧਰਮ ਰਾਜ ਵੀ ਨਹੀਂ ਜਾਣ ਸਕਦਾ। ਇੱਕ ਵਾਰੀ ਦੇਵਤੇ ਚਲੇ ਗਏ ਪਰਮਾਤਮਾ ਦੇ ਹਜ਼ੂਰ, ਮਹਾਰਾਜ ਇਹ ਨਾਮ ਦੀ ਕੀਮਤ ਕੀ ਹੈ? ਤੇ ਜਿਸ ਨੇ ਪੁੱਛਿਆ ਨਾ ਸ਼ਾਹੂਕਾਰ ਦੇ ਭਰਾ ਨੇ, ਪਰਮੇਸ਼ਰ ਨੇ ਆਪਣੇ ਪਾਸ ਹੀ ਰੱਖ ਲਿਆ ਵੀ ਇਹਦੀ ਤੇ ਕੀਮਤ ਮੈਂ ਵੀ ਨਹੀਂ ਦੱਸ ਸਕਦਾ ਵੀ ਕਿੰਨੀ ਕੁ ਹੈ। ਤੇ ਕੀਮਤ ਇਹੀ ਪਰਮਾਤਮਾ ਦੀ ਅਭੇਦਤਾ ਪ੍ਰਾਪਤ ਹੋ ਜਾਂਦੀ ਹੈ। ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਜਿਸ ਨੇ ਗੁਰ ਮੰਤਰ ਨੂੰ ਦ੍ਰਿੜ ਕਰ ਲਿਆ ਨਾ, ਜਿਸ ਨੇ ਪ੍ਰਮਾਤਮਾ ਦੇ ਨਾਮ ਨੂੰ ਜਪ ਲਿਆ, ਉਹਦੇ ਘਰ ਵਿੱਚ ਵੀ ਸੁੱਖ ਤੇ ਬਾਹਰ ਵੀ ਸੁੱਖ ਹੈ। ਜੇ ਘਰ ਵਿੱਚ ਸੁੱਖ ਹੈ ਤੇ ਬਾਹਰ ਆਪਣੇ ਆਪ ਸੁੱਖਾਂ ਦੀ ਪ੍ਰਾਪਤੀ ਹੋ ਜਾਣੀ ਹੈ। ਜੇ ਮਨੁੱਖ ਦੇ ਘਰ ਵਿੱਚ ਕਲਾ ਕਲੇਸ਼ ਹੈ, ਲੜਾਈ ਝਗੜਾ ਹੈ, ਤੇ ਬਾਹਰੋਂ ਸ਼ਾਂਤੀ ਕਿੱਥੋਂ ਪ੍ਰਾਪਤ ਹੋਣੀ ਹੈ? ਨਹੀਂ ਭਾਈ, ਐਸਾ ਮਾਹੌਲ ਬਣਾਉਣਾ ਆਪਣੇ ਘਰ ਦਾ। ਘਰ ਵਿੱਚ ਸੁਬਾਹ ਸ਼ਾਮ ਦਾ ਨਿਤਨੇਮ ਹੋਣਾ ਬਹੁਤ ਜ਼ਰੂਰੀ ਹੈ ਗੁਰਸਿੱਖਾਂ ਦੇ। ਜਿਤਨਾ ਹੋ ਸਕੇ ਸਿਮਰਨ ਕਰਨਾ, ਬੰਦਗੀ ਕਰਨੀ, ਨਿਤਨੇਮ ਕਰਨਾ, ਫਿਰ ਧਰਮ ਦੀ ਕਿਰਤ ਕਰਨੀ ਹੈ। ਇਹਦੀ ਕੀਮਤ ਮਿਤ ਕਹੀ ਨਾ ਜਾਏ, ਇਹਦੀ ਕੋਈ ਵੀ ਹੱਦ ਬੰਨਾ ਨਹੀਂ ਹੈ, ਇਹਦੀ ਕੋਈ ਮਰਜ਼ਾਦਾ ਨਹੀਂ ਕਹੀ ਜਾ ਸਕਦੀ ਵੀ ਕਿੰਨੀ ਕਿਹਦੀ ਕੀਮਤ ਹੋਏਗੀ। ਸੇ ਜਨ ਧਨ ਜਿਨ ਇੱਕ ਨਾਮ ਲਿਵ ਲਾਏ। ਸਤਿਗੁਰਾਂ ਨੇ ਇੱਥੇ ਇੱਕ ਸ਼ਰਤ ਰੱਖੀ ਹੈ, ਸੇ ਜਨ ਧਨ। ਉਹ ਮਨੁੱਖ ਧਨ ਨੇ, ਉਹ ਜਨ ਗੁਰੂ ਦੇ ਪਿਆਰੇ ਧਨ ਨੇ, ਉਹ ਸਤ ਸੰਗੀ ਧਨ ਨੇ। ਕਿਹੜੇ ਧਨ ਨੇ? ਜਿਹੜੇ ਸਿਨੇਮੇ ਕਲੱਬਾਂ ਵਿੱਚ ਜਾਂਦੇ ਨੇ,
ਜਿਹੜੇ ਸ਼ਰਾਬ ਦੇ ਠੇਕਿਆਂ ਤੇ ਜਾਂਦੇ ਨੇ, ਜੂਆ ਖੇਡਦੇ ਨੇ, ਨਸ਼ੇ ਵੇਚਦੇ ਵਿਚਾਉਂਦੇ ਨੇ, ਉਹ ਧਨ ਨੇ? ਨਹੀਂ। ਸੇ ਜਨ ਧਨ, ਉਹ ਗੁਰੂ ਦੇ ਪਿਆਰੇ ਧਨ ਨੇ ਜਿਨ੍ਹਾਂ ਨੇ ਇੱਕ ਨਾਮ ਦੇ ਨਾਲ ਆਪਣੀ ਲਿਵ ਲਾ ਲਈ, ਜਿਨ੍ਹਾਂ ਨੇ ਨਾਮ ਦੇ ਨਾਲ ਆਪਣੀ ਸੁਰਤੀ ਜੋੜ ਲਈ, ਜਿਨ੍ਹਾਂ ਦੇ ਨਾਮ ਦੇ ਨਾਲ ਪ੍ਰੀਤ ਜੁੜ ਗਈ। ਕਿਉਂਕਿ ਸਾਹਿਬ ਕਹਿੰਦੇ ਨਾਮ ਸੰਗ ਮਨ ਪ੍ਰੀਤ ਨਾ ਲਾਵੈ, ਕੋਟ ਕਰਮ ਕਰਤੋ ਨਰਕ ਜਾਵੈ। ਨਾਮ ਦੇ ਨਾਲ ਤੇ ਪ੍ਰੀਤ ਨਹੀਂ ਲਾਈ, ਹੋਰ ਅਨੇਕਾਂ ਕਰੋੜਾਂ ਕਰਮ ਕਰਦਾ ਹੈ ਮਨੁੱਖ। ਜਲ ਧਾਰੇ ਕਰਦਾ ਹੈ, ਧੂਣੀਆਂ ਤਪਾਉਂਦਾ ਹੈ, ਪੁੱਠਾ ਲਟਕਦਾ ਹੈ, ਘੋਰੀ ਬਣ ਕੇ ਤਪ ਕਰਦਾ ਹੈ। ਕਹਿੰਦੇ ਮੈਂ ਪ੍ਰਸ਼ਾਦਾ ਨਹੀਂ ਛਕਣਾ, ਮੈਂ ਬਸਤਰ ਨਹੀਂ ਪਾਉਣੇ, ਮੈਂ ਆਪਣੇ ਬਸਤੀ ਵਿੱਚ ਨਹੀਂ ਰਹਿਣਾ, ਜੰਗਲਾਂ ਦੇ ਵਾਸੀ ਬਣਨਾ। ਸਤਿਗੁਰੂ ਕਹਿੰਦੇ ਕਰੋੜਾਂ ਕਰਮ ਕਰ ਲੈ, ਕਿਸੇ ਅਰਥ ਨਹੀਂ ਹਨ, ਕਿਉਂਕਿ ਨਾਮ ਦੇ ਨਾਲ ਤੇ ਪ੍ਰੀਤ ਨਹੀਂ ਲਾਈ। ਇਸ ਲਈ ਗੁਰਦੇਵ ਕਹਿੰਦੇ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਜਪ ਮਨ ਗੋਬਿੰਦ ਏਕੈ ਅਵਰ ਨਹੀਂ ਕੋ ਲੇਖੈ। ਸੰਤ ਲਾਗ ਮਨ ਹੈ ਛਾੜ ਦੁਬਦਾ ਕੀ ਕੁਰੀਆ। ਉਹ ਦ્વੈਤ ਦੀਆਂ ਡੰਡੀਆਂ ਤਿਆਗ ਦੇ। ਤੇਰੇ ਮਨ ਵਿੱਚ ਦ્વੈਤ ਦੀਆਂ ਈਰਖਾਂ ਦੀਆਂ ਨਿੰਦਿਆ ਚੁਗਲੀਆਂ ਇਹਦੀਆਂ ਡੰਡੀਆਂ ਬਣੀਆਂ, ਰਸਤੇ ਬਣੇ ਹੋਏ ਨੇ। ਓਏ ਭਲਿਆ ਨਾ ਰਸਤਿਆਂ ਨੂੰ ਤਿਆਗ ਦੇ, ਗੁਰੂ ਦੇ ਨਾਲ ਪ੍ਰੀਤ ਕਰ। ਤੂੰ ਪਿਆਰ ਪ੍ਰੀਤ ਕਰਦਾ ਪਰਿਵਾਰ ਦੇ ਨਾਲ, ਤੇਰੀ ਪ੍ਰੀਤ ਹੈ ਕਾਰੋਬਾਰ ਦੇ ਨਾਲ, ਤੇਰੀ ਪ੍ਰੀਤ ਹੈ ਸੰਸਾਰ ਦੇ ਨਾਲ। ਔਰ ਇਹ ਸਾਰੀਆਂ ਪ੍ਰੀਤਾਂ ਝੂਠੀਆਂ ਨੇ। ਝੂਠੇ ਕੀਰੇ ਝੂਠ ਪ੍ਰੀਤ, ਛੁਟਕੀ ਰਹਿ ਮਨ ਛੁਟਕੀ ਰੇ। ਇਹ ਝੂਠੀ ਪ੍ਰੀਤ ਭਲਿਆ ਅੱਜ ਵੀ ਟੁੱਟੀ ਤੇ ਕੱਲ ਵੀ ਟੁੱਟੀ। ਫਿਰ ਕੀ ਕਰਨਾ ਹੈ? ਸਾਹਿਬ ਕਹਿੰਦੇ ਰੇ ਮਨ ਐਸੀ ਹਰਸਿਓ ਪ੍ਰੀਤ ਕਰ। ਐ ਮਨ ਗੁਰੂ ਦੇ ਨਾਮ ਦੇ ਨਾਲ, ਗੁਰੂ ਦੇ ਨਾਲ ਐਸੀ ਪ੍ਰੀਤ ਕਰ ਜੈਸੇ ਜਲ ਕਮਲੇ। ਜੈਸੇ ਕਮਲ ਜਲ ਦੇ ਨਾਲ ਪ੍ਰੀਤ ਕਰਦਾ ਹੈ ਨਾ, ਐਸੀ ਪ੍ਰੀਤ ਕਰ ਗੁਰੂ ਦੇ ਨਾਲ। ਪਰ ਖਿਮਾ ਕਰਨੀ, ਇਹਨੂੰ ਵੀ ਸਿਆਣਿਆਂ ਵਿਦਵਾਨਾਂ ਨੇ ਇੱਕ ਅੰਗੀ ਪ੍ਰੀਤ ਕਿਹਾ। ਮੱਛੀ ਦੀ ਪ੍ਰੀਤ ਇੱਕ ਅੰਗੀ ਪ੍ਰੀਤ ਹੈ, ਕਮਲ ਜਲ ਕਮਲ ਦੀ ਪ੍ਰੀਤ ਇੱਕ ਅੰਗੀ ਪ੍ਰੀਤ ਹੈ, ਚੱਕਵੀ ਦੀ ਇੱਕ ਅੰਗੀ ਪ੍ਰੀਤ ਹੈ। ਇਹ ਸਾਰੀਆਂ ਪ੍ਰੀਤਾਂ ਇੱਕ ਅੰਗੀ ਨੇ। ਮੱਛੀ ਪਾਣੀ ਨਾਲ ਪ੍ਰੀਤ ਕਰਦੀ, ਪਾਣੀ ਦਾ ਮੱਛੀ ਨਾਲ ਕੋਈ ਪਿਆਰ ਨਹੀਂ ਹੈ। ਮੱਛੀ ਹੋਵੇ ਚਾਹੇ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ, ਪਰ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ। ਜੋ ਮੱਛਲੀ ਬਿਨ ਪਾਣੀਆਂ ਰਹੇ ਨਾ ਕਿਤੇ ਉਹ ਪਾਏ, ਕਿਸੇ ਵੀ ਯਤਨ ਕਰਕੇ ਨਹੀਂ ਰਹਿੰਦੀ ਹੈ। ਇਸ ਕਰਕੇ ਐਸੀ ਪ੍ਰੀਤ ਕਰ ਕਿ ਪ੍ਰੀਤ ਤੇਰੀ ਜਿਹੜੀ ਹੈ ਨਾ ਮਾਲਕ ਦੇ ਨਾਲ ਜਦੋਂ ਬਣ ਗਈ, ਇੱਕ ਅੰਗੀ ਪ੍ਰੀਤ ਨਹੀਂ ਹੋਵੇਗੀ, ਦੋ ਅੰਗੀ ਪ੍ਰੀਤ ਬਣਦੀ। ਸਿੱਖ ਗੁਰੂ ਨਾਲ ਪ੍ਰੀਤ ਕਰੇ ਤੇ ਗੁਰੂ ਸਿੱਖ ਨਾਲ ਪ੍ਰੀਤ ਕਰਦਾ ਹੈ। ਜਿਸ ਸਮੇਂ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਭਾਈ ਲਹਿਣਾ ਜੀ ਨੂੰ, ਤੇ ਕਹਿਣ ਲੱਗੇ ਭਾਈ ਹੁਣ ਅਸੀਂ ਤੁਹਾਡੇ ਦਰਸ਼ਨ ਕਰਨ ਵਾਸਤੇ ਆਵਾਂਗੇ। ਗੁਰੂ ਜਦੋਂ ਸਿੱਖ ਦੀ ਤੇ ਗੁਰੂ ਦੀ ਪ੍ਰੀਤ ਬਣ ਗਈ, ਤੇ ਜਦੋਂ ਵਿਛੋੜੇ ਦੀ ਖਿੱਚ ਪੈਂਦੀ ਹੈ ਨਾ, ਤੇ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਤੋਂ ਚੱਲਦੇ ਨੇ ਸਿੱਖ ਦੇ ਰੂਪ ਦੇ ਵਿੱਚ। ਭਾਈ ਲਹਿਣਾ ਗੁਰੂ ਅੰਗਦ ਸਾਹਿਬ ਜੀ ਖੰਡੂਰ ਸਾਹਿਬ ਤੋਂ ਚੱਲਦੇ ਨੇ ਗੁਰੂ ਦੇ ਰੂਪ ਵਿੱਚ। ਤੇ ਗੁਰੂ ਕੇ ਸਿੱਖ ਦਾ ਤੇ ਗੁਰੂ ਦਾ ਮਿਲਾਪ ਹੁੰਦਾ ਹੈ ਜਿਸ ਪਾਵਨ ਧਰਤੀ ਤੇ ਆਪ ਜੀ ਸੱਜ ਬੈਠੇ ਹੋ, ਸ੍ਰੀ ਦਰਬਾਰ ਸਾਹਿਬ ਜੀ ਦੇ ਅਸਥਾਨ ਤੇ। ਦਰਬਾਰ ਸਾਹਿਬ ਬਾਅਦ ਵਿੱਚ ਬਣਿਆ। ਗ੍ਰੰਥਾਂ ਨੇ ਕਿਹਾ ਕਿ ਇੱਥੇ ਮਿਲਾਪ ਹੁੰਦਾ, ਕਿਉਂਕਿ ਖਿੱਚ ਪੈ ਜਾਂਦੀ ਹੈ। ਮੂੰਹ ਲਾਲਨ ਸਿਉ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਨੀ। ਸੇ ਜਨ ਧਨ, ਉਹ ਗੁਰੂ ਦੇ ਪਿਆਰੇ ਧਨ ਨੇ, ਵੱਡ ਭਾਗੀ ਨੇ। ਕਿਹੜੇ? ਜਿਨ੍ਹਾਂ ਨੇ ਇੱਕ ਨਾਮ ਦੇ ਨਾਲ ਲਿਵ ਲਾਈ ਹੈ, ਨਾਮ ਦੇ ਨਾਲ ਜਿਨ੍ਹਾਂ ਦੀ ਪ੍ਰੀਤ ਪੈ ਗਈ। ਗੁਰਮਤਿ ਸਾਚੀ ਸਾਚਾ ਵਿਚਾਰ। ਗੁਰੂ ਦੀ ਮਤ ਸੱਚੀ ਹੈ,
ਇਸੇ ਲਈ ਸਾਹਿਬ ਕਹਿੰਦੇ ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਮਨੁੱਖ ਆਪਣੀ ਮਤ ਤੇ ਮਾਨ ਕਰਦਾ ਹੈ, ਮਤ ਮਨ ਮਾਨ ਕਰੇ ਜੇ ਹੂੰ ਕਿਛ ਜਾਣਦਾ। ਓਏ ਭਲਿਆ ਆਪਣੀ ਮਤ ਬੁੱਧੀ ਤੇ ਮਾਨ ਹੰਕਾਰ ਨਾ ਕਰ ਕਿ ਮੈਂ ਬਹੁਤ ਕੁਝ ਜਾਣਦਾ ਨਹੀਂ। ਗੁਰੂ ਦੀ ਮਤ ਸੱਚੀ ਹੈ, ਸਾਚਾ ਵਿਚਾਰ, ਗੁਰੂ ਦੀ ਵਿਚਾਰ ਸੱਚੀ ਹੈ। ਗੁਰੂ ਦੀ ਮਤ ਦੁਆਰਾ ਗੁਰੂ ਦੀ ਵਿਚਾਰ ਕਰਨੀ ਸੱਚੀ ਹੈ, ਕਿਉਂਕਿ ਸੱਚੇ ਦੀ ਸੱਚੀ ਵਿਚਾਰ ਹੈ। ਸੱਚ ਦੇ ਨਾਲ ਜੁੜਿਆ ਸੱਚ ਦੀ ਵਿਚਾਰ ਆਉਂਦੀ ਹੈ। ਸੱਚ ਨਿਰੰਕਾਰ ਹੈ, ਝੂਠ ਸੰਸਾਰ ਹੈ। ਸੰਸਾਰ ਦੀ ਮਤ ਕੱਚੀ ਹੈ, ਨਿਰੰਕਾਰ ਦੀ ਮਤ ਪੱਕੀ ਹੈ, ਸੱਚੀ ਹੈ। ਇਸ ਕਰਕੇ ਸਾਹਿਬ ਕਹਿੰਦੇ ਗੁਰਮਤ ਸਾਚੀ। ਗੁਰੂ ਦੀ ਮਤ ਦੁਆਰਾ ਜਦੋਂ ਮਨੁੱਖ ਗੁਰੂ ਦੇ ਨਾਲ ਜੁੜਦਾ ਹੈ ਨਾ ਤੇ ਉਹਦੀ ਮਤ ਵੀ ਸੱਚੀ ਹੋ ਜਾਂਦੀ ਹੈ, ਉਹਦੇ ਵਿਚਾਰ ਸੱਚੇ ਹੋ ਜਾਂਦੇ ਨੇ, ਉਹਦੇ ਵਿਚਾਰਾਂ ਵਿੱਚ ਅਨਸਥਿਰਤਾ ਨਹੀਂ ਹੁੰਦੀ ਹੈ, ਕਿਉਂਕਿ ਟਿਕਾਓ ਆ ਜਾਂਦਾ ਹੈ, ਇਕਾਗਰਤਾ ਆ ਜਾਂਦੀ ਹੈ। ਆਪੇ ਬਖਸ਼ੇ ਦੇ ਵਿਚਾਰ। ਤੇ ਜਦੋਂ ਸੱਚੀ ਵਿਚਾਰ ਮਨ ਵਿੱਚ ਆ ਕੇ ਵਸ ਜਾਏ ਜਗਿਆਸੂ ਦੇ, ਆਪੇ ਬਖਸ਼ੇ, ਫਿਰ ਗੁਰੂ ਆਪ ਹੀ ਬਖਸ਼ ਦਿੰਦਾ ਹੈ ਉਸ ਜੀਵਨ ਨੂੰ। ਕਿਉਂਕਿ ਵੈਸੇ ਤਾਂ ਅਸੀਂ ਔਗੁਣਾਂ ਦੇ ਭਰੇ ਹੋਏ ਹਾਂ। ਜੇ ਅਸੀਂ ਕਹੀਏ ਕਿ ਸਤਿਗੁਰੂ ਸਾਡੀ